ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ। ਜਿਉ ਜਾਨੋ ਤਿਉ ਰਾਖ ਹਰ ਪ੍ਰਭ ਤੇਰਿਆ। ਇਤੇ ਗਨੋ ਅਸੰਖ ਅਵਗੁਣ ਮੇਰਿਆ। ਅਸੰਖ ਅਵਗੁਣ ਖਤੇ ਫੇਰੇ। ਨਿਤ ਪ੍ਰਤ ਸਰ ਭੂਲੀਐ ਮੋਹ ਮਗਨ ਵਿਕਰਾਲ ਮਾਇਆ। ਤਉ ਪ੍ਰਸਾਦੀ ਘੂਲੀਐ ਲੋਕ ਕਰਤ ਵਿਕਾਰ ਵਿਖੜੇ। ਪ੍ਰਭ ਨੇਰਹੂੰ ਤੇ ਨੇਰਿਆ ਬਿਨਵੰਤ ਨਾਨਕ ਦਇਆ ਧਾਰੂ। ਕਾਢ ਭਵ ਜਲ ਫੇਰਿਆ ਬਾਰਿਕ ਤੁਮਰੇ ਤਾਰੇ। ਹਮ ਬਾਰਿਕ ਤੁਮਰੇ ਤਾਰੇ। ਬਾਰਿਕ ਤੁਮਰੇ ਤਾਰੇ। ਹਮ ਬਾਰਿਕ ਤੁਮਰੇ ਤਾਰੇ। बारिक तुमरे तारे। हम बारिक तुमरे तारे। बारिक तुमरे तारे। हम बारिक तुमरे तारे। हम बारिक तुमरे तारे। हम बारिक तुमरे तारे। बारिक तुमरे तारे। हम बारिक तुमरे तारे। हम बारिक तुमरे तारे। बारिक तुमरे तारे। बारिक तुमरे तारे। हम बारिक तुमरे तारे। बारिक तुमरे। बारिक तुमरे तारे। हम बारिक तुमरे तारे। बारिक तुमरे तारे। हम बारिक तुमरे तारे। सुनो बेनंती ठाकुर मेरे जी जंत तेरे तारे। राख पैज नाम अपने की करण करावन हारे। प्रभ जियो खसमा ना कर प्यारे। बुरे भले हम थारे। सुनी पुकार समरथ स्वामी बंधन काट सवारे। ਪਹਿਰ ਸਿਰ ਪਾਓ ਸੇਵਕ ਜਨ ਮੇਲੇ। ਜਨ ਨਾਨਕ ਪ੍ਰਗਟ ਪਹਾਰੇ। ਬਾਰਿਕ ਤੁਮਰੇ ਤਾਰੇ। ਹਮ ਬਾਰਿਕ ਤੁਮਰੇ ਤਾਰੇ। ਬਾਰਿਕ ਤੁਮਰੇ ਤਾਰੇ। ਹਮ ਬਾਰਿਕ ਤੁਮਰੇ ਤਾਰੇ। हम बारिक तुमरे तारे। हम बारिक तुमरे तारे। बारिक तुमरे तारे।
ਹਮ ਬਾਰਿਕ ਤੁਮਰੇ ਧਾਰੇ। ਹਮ ਬਾਰਿਕ ਤੁਮਰੇ ਧਾਰੇ, ਬਾਰਿਕ ਤੁਮਰੇ ਧਾਰੇ, ਬਾਰਿਕ ਤੁਮਰੇ ਧਾਰੇ, ਹਮ ਬਾਰਿਕ ਤੁਮਰੇ ਧਾਰੇ। ਹਮ ਬਾਰਿਕ ਤੁਮਰੇ, बारिक तुमरे तारे, हम बारिक तुमरे तारे, बारिक तुमरे तारे, हम बारिक तुमरे तारे। परम सत्कारयोग गुरु रूप साध संगत जी, अज दा यह हफ्तावारी विशेष दीवान, जिस विच आप ਸਰਬਤ ਸੰਗਤਾਂ ਨੂੰ ਭਲੀ ਪ੍ਰਕਾਰ ਪਤਾ ਹੀ ਹੈ ਕਿ ਆਮ ਤੌਰ ਤੇ ਮਹਾਂਪੁਰਖਾਂ ਦੇ ਇਸ ਪਵਿੱਤਰ ਸਥਾਨ ਤੇ ਇਸ ਹਫ਼ਤਾਵਾਰੀ ਜੋੜ ਮੇਲੇ ਸਮੇਂ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਇਕੱਤਰ ਹੁੰਦੀਆਂ ਹਨ। ਪਰ ਅੱਜ ਜੋ ਹਾਲਾਤ ਬਣੇ ਨੇ, ਕੇਵਲ ਆਪਣੇ ਉੱਪਰ ਹੀ ਨਹੀਂ, ਕੇਵਲ ਪੰਜਾਬ ਜਾਂ ਹਿੰਦੁਸਤਾਨ ਵਿੱਚ ਹੀ ਨਹੀਂ, ਅੱਜ ਦੁਨੀਆ ਦਾ ਕੋਈ ਵੀ ਖਿੱਤਾ ਜਾਂ ਕੋਈ ਵੀ ਮੁਲਕ ਬਚਿਆ ਨਹੀਂ ਜਿੱਥੇ ਇਹ ਮੁਸੀਬਤ ਨਾ ਆਈ ਹੋਵੇ। ਲੱਖਾਂ ਦੀ ਗਿਣਤੀ ਦੇ ਵਿੱਚ ਅੱਜ ਲੋਕੀ ਇੱਕ ਵਿਸ਼ੇਸ਼ ਕਿਸਮ ਦੇ ਵਾਇਰਸ ਤੋਂ, ਜਿਸ ਨੂੰ ਕਰੋਨਾ ਵਾਇਰਸ ਜਾਂ COVID-19 ਜਾਂ 19 ਇਹ ਨਾਮ ਦਿੱਤਾ ਗਿਆ ਹੈ, ਇਸ ਦੀ ਪਹਿਚਾਣ ਵਾਸਤੇ। ਲੱਖਾਂ ਦੀ ਗਿਣਤੀ ਦੇ ਵਿੱਚ ਅੱਜ ਲੋਕ ਇਸ ਤੋਂ ਪੀੜਤ ਹੋ ਚੁੱਕੇ ਨੇ ਔਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇਸ ਵਾਇਰਸ ਕਾਰਨ ਮੌਤਾਂ ਹੋ ਚੁੱਕੀਆਂ ਨੇ। ਇਸ ਗੱਲ ਦਾ ਆਪ ਸਰਬੱਤ ਸੰਗਤਾਂ ਨੂੰ, ਦੁਨੀਆ ਦੇ ਜਿਸ ਕੋਨੇ ਵਿੱਚ ਵੀ ਆਪ ਬੈਠੇ ਹੋ, ਕਿਉਂਕਿ ਲਾਈਵ ਹਰ ਥਾਂ ਤੇ ਸੰਸਾਰ ਦੇ ਕੋਨੇ-ਕੋਨੇ ਦੇ ਵਿੱਚ ਇਹ ਸੰਦੇਸ਼ ਜਾ ਰਿਹਾ ਹੈ। ਵੈਸੇ ਤੇ ਸੰਸਾਰ ਦੇ ਜਿਸ ਖਿੱਤੇ ਵਿੱਚ ਜਿੱਥੇ ਕਿਤੇ ਵੀ ਗੁਰੂ ਨਾਨਕ ਨਾਮ ਲੈਵਾ ਸਿੱਖ ਰਹਿੰਦਾ ਹੈ, ਉਹਨਾਂ ਵਾਸਤੇ ਔਰ ਵਿਸ਼ੇਸ਼ ਤੌਰ ਤੇ ਇੱਥੇ ਆਪਣੇ ਆਸ-ਪਾਸ, ਆਪਣੇ ਖਿੱਤੇ, ਆਪਣੇ ਜ਼ਿਲ੍ਹੇ ਜਾਂ ਆਪਣੇ ਸੂਬੇ, ਆਪਣੇ ਮੁਲਕ ਦੇ ਵਿੱਚ ਰਹਿਣ ਵਾਲੇ ਜਿਤਨੇ ਵੀ ਗੁਰੂ ਨਾਨਕ ਨਾਮ ਲੈਵਾ ਜਾਂ ਆਮ ਵੀ ਸਮੁੱਚੇ ਤੌਰ ਤੇ ਇਹ ਬੇਨਤੀ ਜਾਂ ਇਹ ਸੰਦੇਸ਼ ਤੇ ਸਾਰਿਆਂ ਵਾਸਤੇ ਹੀ ਹੈ ਕਿ ਇਹ ਮਹਾਮਾਰੀ ਜਿਹੜੀ ਸੰਸਾਰ ਦੇ ਵਿੱਚ ਫੈਲ ਚੁੱਕੀ ਹੈ, ਇਸ ਤੋਂ ਸਿਰਫ ਬਚਣ ਦਾ ਹੀ ਉਪਰਾਲਾ ਕੀਤਾ ਜਾ ਸਕਦਾ ਹੈ। ਕਿਉਂਕਿ ਅਜੇ ਤੱਕ ਡਾਕਟਰਾਂ ਦੇ ਪਾਸ ਇਸ ਵਾਇਰਸ ਦੀ ਕੋਈ ਮੈਡੀਸਿਨ, ਕੋਈ ਦਵਾਈ ਨਹੀਂ, ਜੋ ਕੇਵਲ ਇੱਕੋ ਹੀ ਇੱਕ ਸਾਧਨ ਹੈ ਇਸ ਵਾਇਰਸ ਤੋਂ ਬਚਣ ਦਾ, ਉਹ ਹੈ ਸਾਵਧਾਨੀ, ਇਹਤਿਆਤ। ਇਸ ਕਰਕੇ ਸਮੁੱਚੇ ਤੌਰ ਤੇ ਸਾਰੀਆਂ ਸੰਗਤਾਂ ਦੇ ਚਰਨਾਂ ਦੇ ਵਿੱਚ ਹੀ ਦਾਸ ਵੱਲੋਂ ਬੇਨਤੀ ਹੈ
ਕਿ ਪਹਿਲੀ ਗੱਲ ਤੇ ਇਸ ਬਿਮਾਰੀ ਤੋਂ ਬਚਣ ਵਾਸਤੇ ਪੂਰੀ ਸਾਵਧਾਨੀ ਵਰਤੀ ਜਾਵੇ। ਜਿਸ ਤਰ੍ਹਾਂ ਤੁਸੀਂ ਸੋਸ਼ਲ ਮੀਡੀਆ ਵਿੱਚ ਪੜ੍ਹਦੇ ਹੋ ਜਾਂ ਆਮ ਤੌਰ 'ਤੇ ਵੀ ਬਾਰ-ਬਾਰ ਇਸ ਗੱਲ ਤੋਂ ਸੁਚੇਤ ਕੀਤਾ ਜਾਂਦਾ ਹੈ, ਜੇ ਕਿਸੇ ਨੂੰ ਖੰਘ ਹੋਵੇ, ਕਿਸੇ ਨੂੰ ਜ਼ੁਕਾਮ ਹੋਵੇ, ਕਿਸੇ ਨੂੰ ਕੋਈ ਬਿਮਾਰ ਹੋਵੇ, ਉਹ ਆਮ ਲੋਕਾਂ ਵਿੱਚ ਵਿਚਰਨ ਦੀ ਬਜਾਏ ਆਪਣੇ ਆਪ ਨੂੰ ਆਪਣੇ ਘਰ ਤੱਕ ਸੀਮਿਤ ਰੱਖੇ, ਕਿਉਂਕਿ ਸਭ ਤੋਂ ਵੱਡਾ ਇਹਤਿਆਤ ਇਹੋ ਹੀ ਹੈ, ਜੇ ਕੋਈ ਹਾਲਤ ਬਹੁਤ ਹੀ ਖਰਾਬ ਹੋ ਜਾਵੇ ਫਿਰ ਕਿਸੇ ਡਾਕਟਰ ਦੇ ਨਾਲ ਜਾਂ ਹਸਪਤਾਲ ਦੇ ਨਾਲ ਸੰਪਰਕ ਕੀਤਾ ਜਾਵੇ। ਜੋ ਬਾਰ-ਬਾਰ ਕਿਹਾ ਜਾਂਦਾ ਹੈ ਕਿ ਹੱਥਾਂ ਨੂੰ ਸਾਬਣ ਦੇ ਨਾਲ ਧੋਵੋ। ਜਦੋਂ ਵੀ ਤੁਹਾਨੂੰ ਲੱਗਦਾ ਹੈ ਅਸੀਂ ਕਿਸੇ ਇਹੋ ਜਿਹੀ ਜਗ੍ਹਾ ਨੂੰ ਟੱਚ ਕੀਤਾ ਹੈ ਕਿ ਹੱਥਾਂ ਦੇ ਨਾਲ ਉਹ ਵਾਇਰਸ ਦੇ ਕੀਟਾਣੂ ਲੱਗਣ ਦੇ ਚਾਂਸਿਸ ਨੇ, ਜੇ ਹੱਥਾਂ ਨੂੰ ਸਾਬਣ ਦੇ ਨਾਲ ਧੋਤਾ ਜਾਵੇ ਅੱਛੀ ਤਰ੍ਹਾਂ, ਜਿਸ ਤਰ੍ਹਾਂ ਹੱਥ ਧੋਣ ਦੀ ਵਿਧੀ ਹੈ ਤਕਰੀਬਨ 20 ਸਕਿੰਟ ਵਾਸਤੇ ਦੱਸਿਆ ਜਾਂਦਾ ਹੈ ਵੀ ਸਾਬਣ ਦੇ ਨਾਲ ਚੰਗੀ ਤਰ੍ਹਾਂ ਹੱਥ ਧੋਣੇ ਨੇ, ਸੋ ਇਹਦੇ ਨਾਲ ਉਹ ਹੱਥ ਵਾਇਰਸ ਤੋਂ ਰਹਿਤ ਹੋ ਜਾਂਦੇ ਨੇ। ਵੈਸੇ ਵੀ ਜਿਹੜੀਆਂ ਸਾਵਧਾਨੀਆਂ ਆਮ ਤੌਰ 'ਤੇ ਦੱਸੀਆਂ ਜਾਂਦੀਆਂ ਨੇ ਉਹ ਮੈਨੂੰ ਦੁਹਰਾਉਣ ਦੀ ਜ਼ਰੂਰਤ ਨਹੀਂ, ਵੀ ਗੁਰੇਜ਼ ਕਰੋ, ਆਪਣੇ ਹੱਥ ਮੂੰਹ ਨੂੰ ਜਾਂ ਅੱਖਾਂ ਨੂੰ ਜਾਂ ਨੱਕ ਨੂੰ ਨਾ ਲਾਓ, ਕਿਉਂਕਿ ਇਹੋ ਹੀ ਦੁਆਰ ਨੇ ਵਾਇਰਸ ਅੰਦਰ ਜਾਣ ਦੇ। ਔਰ ਦੂਸਰੀ ਗੱਲ, ਜੇ ਕਿਸੇ ਨੂੰ ਖੰਘ ਹੈ, ਕਿਸੇ ਨੂੰ ਜ਼ੁਕਾਮ ਹੈ, ਕਿਸੇ ਨੂੰ ਕੋਈ ਨਿੱਛ ਆਉਂਦੀ ਹੈ, ਜਾਂ ਤੁਹਾਨੂੰ ਇਸ ਗੱਲ ਦਾ ਡਾਊਟ ਹੋਵੇ ਕਿ ਫਲਾਣੇ ਬੰਦੇ ਨੂੰ ਬੁਖਾਰ ਹੈ ਜਾਂ ਉਸਨੂੰ ਖਾਂਸੀ ਜ਼ੁਕਾਮ ਹੈ, ਉਸ ਤੋਂ ਦੂਰੀ ਬਣਾ ਕੇ ਰੱਖਣੀ ਹੀ ਇਹਦੇ ਵਿੱਚ ਹੀ ਅਕਲਮੰਦੀ ਹੈ। ਔਰ ਜਿਹੜਾ ਤੁਹਾਨੂੰ ਕੋਈ ਕਹੇ ਵੀ ਤੁਸੀਂ ਇਹ ਚੀਜ਼ ਖਾ ਲਓ ਤੁਹਾਨੂੰ ਵਾਇਰਸ ਨਹੀਂ ਹੋਵੇਗਾ, ਇਹੋ ਜਿਹੀਆਂ ਅਫਵਾਹਾਂ ਤੋਂ ਬਚਣਾ ਵੀ ਹੈ। ਔਰ ਸੋਸ਼ਲ ਮੀਡੀਆ 'ਤੇ ਜੇ ਇਹੋ ਜਿਹੇ ਮੈਸੇਜ ਆਉਂਦੇ ਨੇ ਉਹਨਾਂ ਨੂੰ ਤੁਸੀਂ ਅੱਗੇ ਫਾਰਵਰਡ ਨਹੀਂ ਕਰਨਾ, ਕਿਉਂਕਿ ਜਿੰਨੀ ਦੇਰ ਤੱਕ ਤੁਹਾਨੂੰ ਆਪਣੀ ਕੋਈ ਪੂਰੀ ਤਸੱਲੀ ਨਹੀਂ, ਜਾਂ ਜਿੰਨੀ ਦੇਰ ਤੱਕ ਜਿਹੜੇ ਇਹ ਅਧਿਕਾਰੀ ਨੇ ਸਿਹਤ ਦੇ ਨਾਲ ਸੰਬੰਧਿਤ ਜਾਂ ਡਾਕਟਰ ਨੇ ਉਹਨਾਂ ਦੀ ਰਿਸਰਚ ਕੋਈ ਸਾਹਮਣੇ ਨਹੀਂ ਆਉਂਦੀ, ਉਨੀ ਦੇਰ ਆਪਣੀ ਵੱਲੋਂ ਤੁਸੀਂ ਕੋਈ ਵੀ ਮੈਸੇਜ ਕਿਸੇ ਨੂੰ ਫਾਰਵਰਡ ਨਹੀਂ ਕਰਨਾ ਵੀ ਤੁਸੀਂ ਇਹ ਚੀਜ਼ ਦੀ ਵਰਤੋਂ ਕਰ ਲਓ ਤਾਂ ਤੁਹਾਡਾ ਵਾਇਰਸ ਤੋਂ ਬਚਾਅ ਹੋ ਜਾਵੇਗਾ। ਅਜੇ ਤੱਕ ਕੋਈ ਇਹੋ ਜਿਹੀ ਦਵਾਈ ਨਾ ਅੰਗਰੇਜ਼ੀ ਨਾ ਦੇਸੀ ਕੋਈ ਬਣੀ ਨਹੀਂ ਜਿਹੜੀ ਤੁਹਾਡਾ ਇਸ ਵਾਇਰਸ ਤੋਂ ਬਚਾਅ ਕਰ ਸਕਦੀ ਹੋਵੇ। ਅਜੇ ਤੱਕ ਡਾਕਟਰਾਂ ਦੀ ਜਾਂ ਮੈਡੀਕਲ ਸਾਇੰਸ ਦੀ ਜਾਣਕਾਰੀ ਵਿੱਚ ਨਹੀਂ ਆਈ। ਇਸ ਕਰਕੇ ਇਹਨਾਂ ਗੱਲਾਂ ਤੋਂ ਵੀ ਸੁਚੇਤ ਰਹਿਣਾ ਹੈ। ਜੇ ਤੁਹਾਨੂੰ ਕੋਈ ਇਸ ਤਰ੍ਹਾਂ ਦਾ ਮੈਸੇਜ ਆਵੇ, ਉਸ ਬੰਦੇ ਨੂੰ ਨਾਲ ਤਾੜਨਾ ਵੀ ਕਰੋ ਵੀ ਇਹੋ ਜਿਹੇ ਮੈਸੇਜ ਨਹੀਂ ਭੇਜਣੇ, ਔਰ ਤੁਸੀਂ ਆਪ ਵੀ ਕਿਸੇ ਹੋਰ ਨੂੰ ਅੱਗੇ ਫਾਰਵਰਡ ਨਾ ਕਰੋ। ਇਹ ਬਹੁਤ ਜ਼ਰੂਰੀ ਹੈ ਕਿ ਬਹੁਤ ਜ਼ਿਆਦਾ ਪੈਨਿਕ ਹੋ ਕੇ ਵੀ ਗੁਜ਼ਾਰਾ ਨਹੀਂ ਹੁੰਦਾ। ਹੈ ਤੇ ਖੇਡ ਭਾਵੇਂ ਉਸ ਪਰਮਾਤਮਾ ਦੇ ਅਕਾਲ ਪੁਰਖ ਵਾਹਿਗੁਰੂ ਦੇ ਹੱਥ ਵਿੱਚ ਹੈ, ਪਰ ਆਪਾਂ ਆਪਣੀ ਵੱਲੋਂ ਜਿੰਨੀ ਸਾਵਧਾਨੀ ਵਰਤਣੀ ਹੈ, ਜੇ ਆਪਾਂ ਪੂਰੀ ਤਰ੍ਹਾਂ ਆਪਣੀ ਵੱਲੋਂ ਸਾਵਧਾਨੀ ਵਰਤਾਂਗੇ ਤਾਂ ਇਸ ਮਹਾਂਮਾਰੀ ਤੋਂ, ਇਸ ਵਾਇਰਸ ਤੋਂ ਬਚਿਆ ਵੀ ਜਾ ਸਕਦਾ ਹੈ। ਇਸ ਕਰਕੇ ਜ਼ਿਆਦਾ ਘਬਰਾਉਣ ਦੀ ਬਜਾਏ ਜਾਂ ਪੈਨਿਕ ਹੋਣ ਦੀ ਬਜਾਏ ਪੂਰਾ ਧਿਆਨ ਸਾਵਧਾਨੀ ਵਰਤਣ ਦੇ ਵਿੱਚ ਔਰ ਇਹਤਿਆਤ ਵਰਤਣ ਦੇ ਵਿੱਚ ਹੀ ਦਿੱਤਾ ਜਾਵੇ। ਉਸ ਪਰਮਾਤਮਾ ਦੇ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਵੀ ਕਰਨੀ ਹੈ, ਕਿਉਂਕਿ ਸੇਵਕ ਦਾ, ਸਿੱਖ ਦਾ ਤਾਂ ਹਮੇਸ਼ਾ ਹੀ ਫਰਜ਼ ਬਣਦਾ ਹੈ ਕਿ ਦੋਏ ਕਰ ਜੋੜ ਕਰੋ ਅਰਦਾਸ, ਤੁਧ ਭਾਵੈ ਤਾਂ ਆਣੈ ਰਾਸ। ਜਦੋਂ ਕੋਈ ਵਿਪਤਾ ਹੋਵੇ, ਕੋਈ ਵਿਘਨ ਪਵੇ, ਕੋਈ ਮੁਸੀਬਤ ਹੋਵੇ, ਉਦੋਂ ਉਸ ਮਾਲਕ ਦੇ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਕਰਨੀ ਬਣਦੀ ਹੈ। ਕੇਵਲ ਅਰਦਾਸ ਤੱਕ ਹੀ ਸੀਮਿਤ ਨਹੀਂ ਰਹਿਣਾ, ਠੀਕ ਹੈ, ਅਕਾਲ ਪੁਰਖ ਵਾਹਿਗੁਰੂ ਸਮਰੱਥ ਹੈ, ਪਰ ਆਪਣੀ ਵੱਲੋਂ ਸਾਵਧਾਨੀ ਵਰਤਣ ਦੇ ਵਿੱਚ ਕਿਸੇ ਕਿਸਮ ਦੀ ਕੋਈ ਕਸਰ ਨਹੀਂ ਛੱਡਣੀ। ਮਹਾਂਪੁਰਖਾਂ ਦੇ ਇਸ ਪਵਿੱਤਰ ਸਥਾਨ 'ਤੇ ਜਿੱਥੇ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕੀਤੀ ਜਾਂਦੀ ਹੈ, ਸਮੁੱਚੀ ਮਨੁੱਖਤਾ ਦੇ ਭਲੇ ਵਾਸਤੇ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ,
ਜਿਤ ਦੁਆਰਾ ਉਭਰੈ ਤਿਤੈ ਲਿਹੋ ਉਬਾਰ। ਉੱਥੇ ਨਾਲ ਨਾਲ ਜਿਹੜੀਆਂ ਸਾਵਧਾਨੀਆਂ ਵਰਤੀਆਂ ਗਈਆਂ ਨੇ ਸੰਗਤਾਂ ਦੀ ਸਹੂਲਤ ਵਾਸਤੇ। ਵੈਸੇ ਤਾਂ ਬਿਹਤਰ ਇਹੋ ਹੀ ਹੈ ਕਿ ਇਹਨਾਂ ਦਿਨਾਂ ਦੇ ਵਿੱਚ ਜਿੰਨੀ ਤੁਸੀਂ ਆਪਣੀ ਆਵਾਜਾਈ ਘਟਾਓ ਉਨੀ ਅੱਛੀ ਹੈ ਤੁਹਾਡੇ ਵਾਸਤੇ, ਉਨਾ ਹੀ ਜ਼ਿਆਦਾ ਬਿਹਤਰ ਹੈ। ਪਰ ਫਿਰ ਵੀ ਜੇ ਗੁਰੂ ਚਰਨਾਂ 'ਚ ਨਮਸਕਾਰ ਕਰਨ ਵਾਸਤੇ ਆਉਣਾ ਹੈ, ਬਜਾਏ ਇਕੱਠੇ ਹੋ ਕੇ ਆਉਣ ਦੇ, ਹੁਣ ਥੋੜ੍ਹੇ ਥੋੜ੍ਹੇ ਆ ਕੇ ਨਮਸਕਾਰ ਕਰੋ। ਜੇ ਸੰਗਤ ਦੇ ਵਿੱਚ ਬੈਠਣਾ ਵੀ ਹੋਵੇ, ਇੱਕ ਦੂਸਰੇ ਤੋਂ 5-7 ਫੁੱਟ ਦੀ ਦੂਰੀ ਇਹ ਵੀ ਬਣਾ ਕੇ ਰੱਖੋ। ਗੁਰਦੁਆਰਾ ਸਾਹਿਬ ਦੇ ਪ੍ਰਬੰਧ ਵੱਲੋਂ ਜਿਹੜੀਆਂ ਸਾਵਧਾਨੀਆਂ ਹੁਣ ਤੱਕ ਵਰਤੀਆਂ ਗਈਆਂ ਨੇ ਸੰਗਤ ਦੇ ਵਾਸਤੇ, ਪਹਿਲਾਂ ਤਾਂ ਮੇਨ ਡਿਊਟੀ ਦੇ ਉੱਪਰ ਜਾਂ ਜਿੱਥੋਂ ਵੀ ਕਿਤੇ ਐਂਟਰੈਂਸ ਹੈ ਉੱਥੇ ਸੋਪ ਡਿਸਪੈਂਸਰ ਵੀ ਲਾਏ ਗਏ ਨੇ, ਹੱਥ ਧੋਣ ਵਾਸਤੇ ਪਾਣੀ ਦਾ ਇੰਤਜ਼ਾਮ ਵੀ ਕੀਤਾ ਗਿਆ ਹੈ। ਜਿਹੜੇ ਉੱਥੇ ਪਹਿਰੇਦਾਰ ਸੱਜਣ ਨੇ, ਸਿਕਿਉਰਿਟੀ ਵਾਲੇ, ਉਹਨਾਂ ਨੂੰ ਵੀ ਇਹ ਹਦਾਇਤ ਦਿੱਤੀ ਗਈ ਹੈ ਕਿ ਸੰਗਤ ਨੂੰ ਬੇਨਤੀ ਕਰੋ ਕਿ ਪਹਿਲਾਂ ਅੱਛੀ ਤਰ੍ਹਾਂ ਹੱਥ ਧੋ ਕੇ ਸਾਬਣ ਦੇ ਨਾਲ, ਫਿਰ ਉਸ ਤੋਂ ਬਾਅਦ ਤੁਸੀਂ ਗੁਰੂ ਘਰ ਦੇ ਵਿੱਚ ਜਾਣਾ ਹੈ। ਜਿਤਨੇ ਸੇਵਾਦਾਰ ਨੇ, ਭਾਵੇਂ ਗੁਰੂ ਕੇ ਲੰਗਰ ਦੇ ਵਿੱਚ ਲੰਗਰ ਤਿਆਰ ਕਰਨ ਵਾਲੇ ਨੇ, ਉਹ ਭਾਵੇਂ ਗੁਰੂ ਕਾ ਲੰਗਰ ਵਰਤਾਉਣ ਵਾਲੇ ਨੇ, ਉਹਨਾਂ ਨੂੰ ਵੀ ਇਹ ਹਦਾਇਤ ਦਿੱਤੀ ਗਈ ਹੈ ਕਿ ਤੁਸੀਂ ਅੱਛੀ ਤਰ੍ਹਾਂ ਸਾਬਣ ਦੇ ਨਾਲ ਹੱਥ ਧੋਣੇ ਨੇ। ਔਰ ਜਿਹੜੇ ਸੇਵਾਦਾਰ ਉੱਥੇ ਗੁਰੂ ਕਾ ਲੰਗਰ ਵਰਤਾਉਣ ਦੀ ਸੇਵਾ ਕਰਦੇ ਨੇ, ਜਿਨ੍ਹਾਂ ਦੀਆਂ ਡਿਊਟੀਆਂ ਲੱਗੀਆਂ ਨੇ, ਵੈਸੇ ਤਾਂ ਗੁਰੂ ਕੇ ਲੰਗਰ ਦੇ ਵਿੱਚ ਸੇਵਾ ਕੋਈ ਵੀ ਕਰ ਸਕਦਾ ਹੈ, ਪਰ ਇਹਨਾਂ ਦਿਨਾਂ ਵਿੱਚ ਖਾਸ ਸਾਵਧਾਨੀ ਵਰਤੀ ਗਈ ਹੈ ਕਿ ਜਿਹੜੇ ਸੇਵਾਦਾਰ ਜਿਨ੍ਹਾਂ ਦੀ ਡਿਊਟੀ ਲਾਈ ਗਈ ਹੈ, ਉਹਨਾਂ ਤੋਂ ਸਿਵਾਏ ਹੋਰ ਕੋਈ ਉੱਥੇ ਜਾ ਕੇ ਉਹਨਾਂ ਸੇਵਾਦਾਰਾਂ ਨੂੰ ਡਿਸਟਰਬ ਨਾ ਕਰੇ। ਸਤਿਗੁਰੂ ਜੀ ਬਖਸ਼ਿਸ਼ ਕਰਨਗੇ, ਫਿਰ ਵਕਤ ਆਵੇਗਾ ਫਿਰ ਤੁਸੀਂ ਖੁੱਲ੍ਹੀ ਸੇਵਾ ਕਰ ਸਕਦੇ ਹੋ। ਇਹਨਾਂ ਦਿਨਾਂ ਦੇ ਵਿੱਚ ਜ਼ਰੂਰ ਇੱਥੋਂ ਦੇ ਪ੍ਰਬੰਧ ਦਾ ਤੁਸੀਂ ਸਾਥ ਦੇਣਾ ਹੈ, ਸਹਿਯੋਗ ਦੇਣਾ ਹੈ। ਔਰ ਨਾਲ ਦੀ ਨਾਲ, ਕਿਉਂਕਿ ਇਹੋ ਜਿਹੇ ਸਮੇਂ ਦੇ ਵਿੱਚ ਨਾ ਤਾਂ ਇਕੱਲੀਆਂ ਸਰਕਾਰਾਂ ਕੁਛ ਕਰ ਸਕਦੀਆਂ ਨੇ, ਜਦੋਂ ਇਹੋ ਜਿਹੇ ਹਾਲਾਤ ਬਣ ਜਾਂਦੇ ਨੇ ਫਿਰ ਸਾਡੀ ਸਾਰਿਆਂ ਦੀ ਹੀ ਜ਼ਿੰਮੇਵਾਰੀ ਬਣ ਜਾਂਦੀ ਹੈ। ਜਿਸ ਤਰ੍ਹਾਂ ਮਹਾਂਪੁਰਖਾਂ ਦੀ ਇਹ ਸੰਸਥਾ ਹੈ, ਇਸ ਦਾ ਮਨੋਰਥ ਤਾਂ ਹੈ ਹੀ ਮਨੁੱਖਤਾ ਵਾਸਤੇ ਸੇਵਾ ਕਰਨਾ। ਕਿਸੇ ਕਿਸਮ ਦੀ ਵੀ ਸੇਵਾ ਦੀ ਜ਼ਰੂਰਤ ਹੋਵੇ, ਭਾਵੇਂ ਗੁਰਮਤਿ ਦੇ ਪ੍ਰਚਾਰ ਦੀ ਸੇਵਾ ਹੋਵੇ, ਗੁਰੂ ਕੇ ਲੰਗਰ ਦੀ ਸੇਵਾ ਹੋਵੇ, ਜਾਂ ਹੋਰ ਸਿਹਤ ਦੀਆਂ ਸਹੂਲਤਾਂ ਪ੍ਰਦਾਨ ਕਰਨ ਦੀ ਸੇਵਾ ਹੋਵੇ, ਜਿਸ ਤਰ੍ਹਾਂ ਦੀ ਸੇਵਾ ਕਰਨੀ ਬਣਦੀ ਹੈ ਅਸੀਂ ਆਪਣੇ ਵੱਲੋਂ ਭਰਪੂਰ ਯਤਨ ਕਰ ਰਹੇ ਹਾਂ। ਅਸੀਂ ਪ੍ਰਸ਼ਾਸਨ ਦੇ ਨਾਲ ਵੀ ਸੰਪਰਕ ਕੀਤਾ ਹੈ। ਪਰਸੋਂ ਸ਼ਾਮ ਦੇ ਵਕਤ ਸਾਰੇ ਪ੍ਰਬੰਧਕਾਂ ਦੀ ਇੱਥੇ ਮੀਟਿੰਗ ਹੋਈ, ਇਸ ਗੱਲ ਦੀ ਬਾਬਤ ਵਿਚਾਰ ਕੀਤੀ ਗਈ ਕਿ ਆਪਾਂ ਨੂੰ ਆਪਣੇ ਵੱਲੋਂ ਪ੍ਰਸ਼ਾਸਨ ਨੂੰ ਸਹਿਯੋਗ ਦੇਣ ਵਾਸਤੇ ਪੇਸ਼ਕਸ਼ ਕਰਨੀ ਚਾਹੀਦੀ ਹੈ। ਕੱਲ੍ਹ ਸਵੇਰੇ ਸਾਡੇ ਟਰੱਸਟੀ ਸਰਦਾਰ ਗੁਰਨਾਮ ਸਿੰਘ ਜੀ ਨੇ SDM ਸਾਹਿਬ ਦੇ ਆਫਿਸ ਦੇ ਨਾਲ ਸੰਪਰਕ ਕੀਤਾ, ਪਰ ਉਸ ਵੇਲੇ SDM ਸਾਹਿਬ ਉੱਥੇ ਮੌਜੂਦ ਨਹੀਂ ਸਨ। ਔਰ ਬਾਅਦ ਦੇ ਵਿੱਚ ਫਿਰ ਸੰਪਰਕ ਕੀਤਾ ਗਿਆ, ਉਹਨਾਂ ਨੂੰ ਆਪਣੀ ਵੱਲੋਂ ਅਸੀਂ ਪੇਸ਼ਕਸ਼ ਕੀਤੀ ਹੈ ਕਿ ਸਾਡੇ ਲਾਇਕ ਜਿਹੜੀ ਵੀ ਸੇਵਾ ਅਸੀਂ ਕਰ ਸਕਦੇ ਹਾਂ, ਕਿਉਂਕਿ ਜਿਹੜੀਆਂ ਡਾਕਟਰੀ ਸਹੂਲਤਾਂ ਜਿਹੜੀਆਂ ਡਾਕਟਰੀਆਂ ਨੇ ਦੇਣੀਆਂ ਨੇ ਉਹ ਤਾਂ ਹਰ ਬੰਦਾ ਨਹੀਂ ਕਰ ਸਕਦਾ। ਜਿਹੜਾ ਕੰਮ ਅਸੀਂ ਕਰ ਸਕਦੇ ਹਾਂ, ਜਿਸ ਤਰ੍ਹਾਂ ਸਾਡੀ ਜਾਣਕਾਰੀ ਦੇ ਵਿੱਚ ਆਇਆ ਕਿ ਪ੍ਰਸ਼ਾਸਨ ਨੂੰ ਕਿ ਹਰ ਕਿਸੇ ਨੂੰ ਜਿਹੜੇ ਮਾਸਕ ਹੁੰਦੇ ਨੇ ਨਾ ਮੂੰਹ 'ਤੇ ਲਾਉਣ ਵਾਲੇ, ਉਹਨਾਂ ਦੀ ਅੱਜ ਕੱਲ੍ਹ ਬੜੀ ਕਿੱਲਤ ਹੈ, ਉਹ ਮਿਲ ਨਹੀਂ ਰਹੇ ਬਾਜ਼ਾਰ ਦੇ ਵਿੱਚੋਂ, ਮਾਰਕੀਟ ਦੇ ਵਿੱਚੋਂ। ਸਾਡੇ ਪਾਸ ਭਾਵੇਂ ਕੋਈ ਇਤਨੇ ਅੱਛੇ ਸਾਧਨ ਤਾਂ ਨਹੀਂ, ਪਰ ਫਿਰ ਵੀ ਅਸੀਂ ਆਪਣੇ ਵੱਲੋਂ ਇੱਕ ਮਾਸਕ ਤਿਆਰ ਕਰਕੇ ਸੈਂਪਲ ਉਹਨਾਂ ਨੂੰ ਭੇਜੇ ਵੀ ਨੇ। ਜੇ ਉਹਨਾਂ ਨੇ ਉਹ ਸੈਂਪਲ ਮਨਜ਼ੂਰ ਕਰ ਲਏ, ਉਹ ਜਿੰਨੇ ਮਾਸਕ ਕਹਿਣਗੇ ਔਰ ਜਿੰਨਾ ਸਾਨੂੰ ਕੱਪੜਾ ਅਵੇਲੇਬਲ ਹੋਵੇਗਾ, ਭਾਵੇਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਉਹਨਾਂ ਮਾਸਕਾਂ ਦੀ ਮੰਗ ਕਰਨ, ਜੇ ਉਹਨਾਂ ਦੇ ਮੁਤਾਬਕ ਉਹ ਮਾਸਕ ਸੇਫ ਨੇ, ਅਸੀਂ ਜਿੰਨੇ ਕਹਿਣਗੇ ਉਹਨੇ ਮਾਸਕ ਉਹਨਾਂ ਨੂੰ ਪ੍ਰੋਵਾਈਡ ਕਰ ਦਿਆਂਗੇ। ਔਰ ਦੂਸਰੀ ਗੱਲ, ਜੇ ਵੈਸੇ ਤਾਂ ਪਰਮਾਤਮਾ ਕੋਈ ਇਹੋ ਜਿਹੇ ਹਾਲਾਤ ਬਣਾਵੇ ਨਾ, ਪਰ ਫਿਰ ਵੀ ਕਿਉਂਕਿ ਜਦੋਂ ਕਿਸੇ ਮੁਸੀਬਤ ਦਾ ਸਾਹਮਣਾ ਕਰਨਾ ਪੈਂਦਾ ਹੈ, ਉਹ ਫਿਰ ਜਿਹੜੇ ਵੱਧ ਤੋਂ ਵੱਧ ਮਾੜੇ ਹਾਲਾਤ ਹੋ ਸਕਦੇ ਨੇ ਉਹਨਾਂ ਨੂੰ ਧਿਆਨ ਵਿੱਚ ਰੱਖ ਕੇ ਕੋਈ ਫੈਸਲਾ ਲੈਣਾ ਪੈਂਦਾ ਹੈ।
ਜੇ ਕੋਈ ਇਹੋ ਜਿਹੇ ਹਾਲਾਤ ਬਣ ਗਏ, ਕੋਈ ਆਈਸੋਲੇਸ਼ਨ ਸੈਂਟਰ ਵਗੈਰਾ ਬਣਾਉਣੇ ਪਏ, ਉੱਥੇ ਲੰਗਰ ਦੀ ਜ਼ਰੂਰਤ ਪਈ, ਸਾਡੇ ਪਾਸ ਆਪਣੇ ਲੰਗਰ ਦੇ ਵਿੱਚ ਵੀ ਇੰਤਜ਼ਾਮ ਹੈ। ਜਦੋਂ ਉੱਥੇ ਜੋੜ ਮੇਲੇ ਹੁੰਦੇ ਨੇ ਉਦੋਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗਤਾਂ ਵਾਸਤੇ ਲੰਗਰ ਇੱਕੋ ਸਮੇਂ ਤਿਆਰ ਹੋ ਸਕਦੇ ਨੇ। ਉਹ ਸਾਡੇ ਪਾਸ ਜਿਹੜਾ ਬੋਇਲਰ ਸਿਸਟਮ ਹੈ, ਇੱਕ ਮੋਬਾਈਲ ਸਾਡੇ ਕੋਲ ਪੂਰੇ ਦਾ ਪੂਰਾ ਸਿਸਟਮ ਹੈ, ਟਰਾਲੀ ਦੇ ਉੱਪਰ ਫਿੱਟ ਕੀਤਾ ਹੋਇਆ। 5-7 ਹਜ਼ਾਰ ਬੰਦਿਆਂ ਦਾ ਪ੍ਰਸ਼ਾਦ ਜਾਂ ਭੋਜਨ ਉਸ ਸਿਸਟਮ ਦੇ ਨਾਲ ਅਸੀਂ ਕਿਸੇ ਵੀ ਜਗ੍ਹਾ 'ਤੇ ਲਿਜਾ ਕੇ ਤਿਆਰ ਕਰ ਸਕਦੇ ਹਾਂ। ਇਹ ਪੇਸ਼ਕਸ਼ ਅਸੀਂ ਪ੍ਰਸ਼ਾਸਨ ਨੂੰ ਕੀਤੀ ਹੈ। ਔਰ ਜਿਸ ਤਰ੍ਹਾਂ ਦਾ ਵੀ ਉਹਨਾਂ ਵੱਲੋਂ ਕੋਈ ਨਿਰਣਾ ਹੋਵੇਗਾ ਜਾਂ ਉਹਨਾਂ ਵੱਲੋਂ ਕੋਈ ਹਿਦਾਇਤ ਆਵੇਗੀ, ਤੇ ਸਾਡਾ ਇਹ ਗੁਰਦੁਆਰਾ ਸਾਹਿਬ, ਉੱਥੋਂ ਦੇ ਸਾਰੇ ਸੇਵਾਦਾਰ ਹਮੇਸ਼ਾ ਸੇਵਾ ਵਾਸਤੇ ਤਤਪਰ ਰਹਿਣਗੇ। ਔਰ ਦੂਸਰੇ, ਅਸੀਂ ਅੱਜ ਪ੍ਰਸ਼ਾਸਨ ਦੇ ਅਧਿਕਾਰੀ ਇੱਥੇ ਆਏ ਵੀ ਸਨ, ਉਹਨਾਂ ਨੂੰ ਆਪਣਾ ਹਸਪਤਾਲ ਦਿਖਾ ਦਿੱਤਾ ਹੈ। ਔਰ ਉਹਨਾਂ ਨੂੰ ਇਹ ਵੀ ਪੇਸ਼ਕਸ਼ ਕੀਤੀ ਹੈ ਕਿ ਜਿਸ ਤਰ੍ਹਾਂ ਦੀ ਵੀ ਸੇਵਾ ਤੁਸੀਂ ਸਾਡੇ ਪਾਸੋਂ ਲੈਣੀ ਚਾਹੁੰਦੇ ਹੋ, ਇਹ ਹਸਪਤਾਲ ਦੀ ਸਾਰੀ ਇਹ ਬਿਲਡਿੰਗ ਜਾਂ ਜਿੰਨਾ ਕੁ ਤੁਸੀਂ ਪੋਰਸ਼ਨ ਚਾਹੁੰਦੇ ਹੋ, ਜਿਸ ਤਰ੍ਹਾਂ ਵੀ ਤੁਹਾਡੀ ਇੱਛਾ ਹੋਵੇ, ਅਸੀਂ ਉਹ ਸਾਰੀਆਂ ਸੇਵਾਵਾਂ ਆਪਣੇ ਵੱਲੋਂ ਦੇਣ ਵਾਸਤੇ ਤਿਆਰ ਹਾਂ। ਤੋ ਖੈਰ ਅੱਜ ਉਹਨਾਂ ਦੇ ਅਧਿਕਾਰੀ ਆਏ ਵੀ ਸਨ, ਕੱਲ੍ਹ ਵੀ ਉਹਨਾਂ ਨੇ ਵਿਜ਼ਿਟ ਕਰਨਾ ਹੈ। ਬੇਨਤੀ ਕਰਨ ਤੋਂ ਭਾਵ ਤਾਂ ਸਿਰਫ ਇਹੋ ਹੀ ਹੈ ਵੀ ਸਾਡਾ ਫਰਜ਼ ਬਣਦਾ ਹੈ ਅੱਜ ਦੇ ਹਾਲਾਤਾਂ ਦੇ ਵਿੱਚ ਪ੍ਰਸ਼ਾਸਨ ਨੂੰ ਆਪਣੇ ਵੱਲੋਂ ਪੂਰੀ ਤਰ੍ਹਾਂ ਸਹਿਯੋਗ ਦੇਣ ਦਾ। ਇਹਦੇ ਨਾਲ ਦੇਖੋ, ਇੱਕ ਤਾਂ ਉਹਨਾਂ ਦਾ ਜਿਹੜਾ ਮਨੋਬਲ ਉਹ ਉੱਚਾ ਹੁੰਦਾ, ਵੱਧਦਾ ਹੈ। ਨਹੀਂ ਤਾਂ ਭਾਵੇਂ ਪ੍ਰਸ਼ਾਸਨ ਦੇ ਅਧਿਕਾਰੀ ਨੇ, ਭਾਵੇਂ ਡਾਕਟਰ ਨੇ, ਭਾਵੇਂ ਹੋਰ ਪੈਰਾਮੈਡੀਕਲ ਸਟਾਫ ਹੈ, ਉਹ ਆਪਣੀਆਂ ਜਾਨਾਂ ਤਲੀਆਂ ਦੇ ਉੱਪਰ ਰੱਖ ਕੇ ਜਿਹੜਾ ਕੋਈ ਮਰੀਜ਼ ਹੋਵੇਗਾ ਜਾਂ ਇਸ ਬਿਮਾਰੀ ਤੋਂ ਪੀੜਤ ਹੋਵੇਗਾ, ਉਹਨਾਂ ਦੀ ਮਦਦ ਵਾਸਤੇ ਉਹ ਸੇਵਾ ਵਿੱਚ ਤਤਪਰ ਨੇ। ਰਿਸਕ ਤਾਂ ਉਹਨਾਂ ਨੂੰ ਵੀ ਹੈ। ਔਰ ਜਦੋਂ ਉਹਨਾਂ ਨੂੰ ਇਸ ਗੱਲ ਦਾ ਯਕੀਨ ਹੋਵੇਗਾ ਕਿ ਬਾਕੀ ਸਮਾਜ ਵੀ ਸਾਡੇ ਨਾਲ ਹੈ, ਜਾਂ ਇਸ ਤਰ੍ਹਾਂ ਦੀਆਂ ਸੰਸਥਾਵਾਂ ਉਹ ਸਾਡੇ ਨਾਲ ਸਹਿਯੋਗ ਕਰਨ ਵਾਸਤੇ ਤਿਆਰ ਨੇ, ਉਹਨਾਂ ਨੂੰ ਮੋਰਲ ਸਪੋਰਟ ਮਿਲਦੀ ਹੈ। ਭਾਵੇਂ ਜਿਹੜਾ ਕੰਮ ਉਹਨਾਂ ਨੇ ਕਰਨਾ ਉਹ ਤਾਂ ਸਿਰਫ ਉਹੋ ਹੀ ਕਰ ਸਕਦੇ ਨੇ, ਪਰ ਜੇ ਅਸੀਂ ਉਹਨਾਂ ਨੂੰ ਕਹਾਂਗੇ ਕਿ ਅਸੀਂ ਵੀ ਕਮਰ ਕੱਸਾ ਕਰਕੇ ਤੁਹਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਾਂ, ਜਿਹੋ ਜਿਹੀ ਸੇਵਾ ਦੀ ਵੀ ਤੁਹਾਨੂੰ ਜ਼ਰੂਰਤ ਹੈ, ਤੁਸੀਂ ਸੋਚਦੇ ਹੋ ਵੀ ਅਸੀਂ ਇਹ ਸੇਵਾ ਕਰ ਸਕਦੇ ਹਾਂ, ਇਹ ਸੇਵਾ ਸਾਡੀ ਸਮਰੱਥਾ ਦੇ ਵਿੱਚ ਹੈ, ਅਸੀਂ ਆਪਣੀ ਵੱਲੋਂ ਵੀ ਪ੍ਰਸ਼ਾਸਨ ਨੂੰ ਜਾਂ ਉਹ ਸਾਰੇ ਅਧਿਕਾਰੀਆਂ ਨੂੰ ਆਪਣੀਆਂ ਸੇਵਾਵਾਂ ਦੀ ਆਪਣੇ ਵੱਲੋਂ ਪੇਸ਼ਕਸ਼ ਕਰਦੇ ਹਾਂ। ਅਤੇ ਨਾਲ ਜਿਹੜੀਆਂ ਹੋਰ ਇਸ ਤਰ੍ਹਾਂ ਦੀਆਂ ਸੰਸਥਾਵਾਂ ਨੇ ਉਹਨਾਂ ਨੂੰ ਵੀ ਬੇਨਤੀ ਕਰਦੇ ਹਾਂ ਕਿ ਇਸ ਮੁਸੀਬਤ ਦੇ ਸਮੇਂ ਦੇ ਵਿੱਚ, ਇਸ ਵਿਪਤਾ ਦੇ ਸਮੇਂ ਹਰ ਕਿਸੇ ਨੂੰ ਮਨੁੱਖਤਾ ਦੀ ਸੇਵਾ ਵਾਸਤੇ, ਪ੍ਰਸ਼ਾਸਨ ਦੀ ਸਹਾਇਤਾ ਵਾਸਤੇ ਅੱਗੇ ਆਉਣਾ ਚਾਹੀਦਾ ਹੈ। ਅੱਜ ਭਾਵੇਂ ਸੰਗਤ ਦੀ ਹਾਜ਼ਰੀ ਤਾਂ ਹੈ ਨਹੀਂ, ਆਪਾਂ ਇਸ ਗੱਲ ਨੂੰ ਮੱਦੇਨਜ਼ਰ, ਇਸ ਗੱਲ ਨੂੰ ਧਿਆਨ ਵਿੱਚ ਰੱਖ ਕੇ ਕਿ ਇੰਟਰਨੈਟ ਦੇ ਮਾਧਿਅਮ ਦੁਆਰਾ ਤੇ ਇਹ ਬੇਨਤੀ ਹਰ ਥਾਂ 'ਤੇ ਸੰਸਾਰ ਦੇ ਕੋਨੇ-ਕੋਨੇ ਵਿੱਚ ਜਾ ਹੀ ਸਕਦੀ ਹੈ। ਇਸ ਕਰਕੇ ਤਕਰੀਬਨ ਅੱਧੇ ਪੌਣੇ ਘੰਟੇ ਦਾ ਇਹ ਸਮਾਗਮ ਰੱਖਿਆ ਸੀ। ਹੋਰ ਤੇ ਬਾਕੀ ਜੋ ਗੁਰਮਤਿ ਦੀਆਂ ਵਿਚਾਰਾਂ ਆਪਾਂ ਆਮ ਰੂਟੀਨ ਦੇ ਵਿੱਚ ਕਰਦੇ ਹਾਂ, ਸੋ ਸਤਿਗੁਰੂ ਦੀ ਬਖਸ਼ਿਸ਼ ਕਰਨ, ਆਉਣ ਵਾਲੇ ਦਿਨਾਂ ਦੇ ਵਿੱਚ ਹਾਲਾਤ ਚੰਗੇ ਹੋਣ ਔਰ ਸਤਿਗੁਰੂ ਜੀ ਦੀ ਬਖਸ਼ਿਸ਼ ਦੇ ਨਾਲ ਮਨੁੱਖਤਾ ਦਾ ਇਸ ਮੁਸੀਬਤ ਤੋਂ ਛੁਟਕਾਰਾ ਹੋਵੇ। ਉਹ ਫਿਰ ਆਪਾਂ ਰੂਟੀਨ ਦੇ ਵਿੱਚ ਇਸੇ ਤਰ੍ਹਾਂ ਦੀਵਾਨ ਕਥਾ ਕੀਰਤਨ ਦੇ ਪ੍ਰਵਾਹ ਚਲਾ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕਦੇ ਹਾਂ। ਅੱਜ ਤੇ ਗੁਰੂ ਦੀ ਖੁਸ਼ੀ ਇਸੇ ਦੇ ਵਿੱਚ ਹੀ ਹੈ ਕਿ ਆਪਣੀ ਵੱਲੋਂ ਸਾਵਧਾਨੀ ਵਰਤੀ ਜਾਵੇ, ਪ੍ਰਸ਼ਾਸਨ ਨੂੰ ਪੂਰਾ ਸਹਿਯੋਗ ਦਿੱਤਾ ਜਾਵੇ, ਔਰ ਜਿਹੋ ਜਿਹੀ ਸੇਵਾ ਵੀ ਆਪਾਂ ਕਰ ਸਕਦੇ ਹਾਂ, ਜਿੰਨੀ ਕੁ ਆਪਣੀ ਸਮਰੱਥਾ ਹੈ, ਹਰ ਕਿਸੇ ਨੂੰ ਆਪਣੀ ਸਮਰੱਥਾ ਦੇ ਅਨੁਸਾਰ ਮਨੁੱਖਤਾ ਦੀ, ਸਮਾਜ ਦੀ, ਪ੍ਰਸ਼ਾਸਨ ਦੀ, ਉਹ ਪ੍ਰਸ਼ਾਸਨ ਦੇ ਸਹਿਯੋਗ ਵਾਸਤੇ ਅੱਗੇ ਆਉਣਾ ਚਾਹੀਦਾ ਹੈ। ਇਹ ਬੇਨਤੀ ਦਾਸ ਦੀ ਕੇਵਲ ਇੱਥੋਂ ਦੀਆਂ ਸੰਗਤਾਂ ਨੂੰ ਹੀ ਨਹੀਂ, ਕਿਉਂਕਿ ਜਿਸ ਤਰ੍ਹਾਂ ਮੈਂ ਪਹਿਲਾਂ ਅਰਜ਼ ਕੀਤੀ ਹੈ ਕਿ ਇਹ ਮੁਸੀਬਤ ਤੇ ਅੱਜ ਸੰਸਾਰ ਦੇ ਕੋਨੇ-ਕੋਨੇ ਦੇ ਵਿੱਚ ਲੋਕ ਝੇਲ ਰਹੇ ਨੇ। ਜਿੱਥੇ ਕਿਤੇ ਵੀ ਅਮਰੀਕਾ, ਕੈਨੇਡਾ ਦੇ ਵਿੱਚ ਜਿਹੜੇ ਵੱਡੇ ਵੱਡੇ ਸ਼ਹਿਰ ਨੇ, ਜਿੱਥੇ ਆਪਣਾ ਭਾਈਚਾਰਾ ਵੀ, ਆਪਣੀ ਸਿੱਖ ਕਮਿਊਨਿਟੀ ਵੀ ਰਹਿੰਦੀ ਹੈ, ਉਹ ਸਾਰੀ ਇਸ ਗੱਲ ਤੋਂ ਚਿੰਤਤ ਨੇ ਸਮੁੱਚੇ ਸੰਸਾਰ ਦੇ ਨਾਲ ਔਰ ਨਾਲ ਮੈਂ ਸਾਰਿਆਂ ਨੂੰ ਵੀ ਸੰਸਾਰ ਦੇ ਕੋਨੇ-ਕੋਨੇ 'ਚ ਬੈਠੇ ਗੁਰੂ ਨਾਨਕ ਨਾਮ ਦੇਵਾ ਗੁਰਸਿੱਖਾਂ ਨੂੰ ਇਹ ਬੇਨਤੀ ਕਰਦਾ ਕਿ ਜਿਸ ਕਿਸਮ ਦਾ ਵੀ ਸਹਿਯੋਗ
ਉਹ ਲੋਕ ਪ੍ਰਸ਼ਾਸਨ ਨੂੰ ਦੇ ਸਕਦੇ ਨੇ, ਔਰ ਲੋਕ ਪ੍ਰਸ਼ਾਸਨ ਉਹਨਾਂ ਨੂੰ ਅਲਾਓ ਕਰਦਾ ਹੈ। ਹਰ ਕਿਸੇ ਨੂੰ ਆਪਣਾ ਇਸ ਸੇਵਾ ਦੇ ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈ, ਪਰ ਅਧਿਕਾਰੀਆਂ ਦੀ, ਪ੍ਰਸ਼ਾਸਨ ਦੀ ਇਜਾਜ਼ਤ ਦੇ ਨਾਲ ਅਤੇ ਉਹਨਾਂ ਦੇ ਭਰੋਸੇ ਦੇ ਵਿੱਚ ਰਹਿ ਕੇ। ਸੋ ਇਹ ਬੇਨਤੀ ਆਪ ਸਰਬੱਤ ਸੰਗਤਾਂ ਨੇ ਪ੍ਰਵਾਨ ਕਰਨੀ। ਗੁਰੂ ਕੀ ਖੁਸ਼ੀ, ਜਿਸ ਤਰ੍ਹਾਂ ਮੈਂ ਬੇਨਤੀ ਕੀਤੀ ਹੈ ਕਿ ਇਸੇ ਵਿੱਚ ਹੀ ਆਪਾਂ ਆਪ ਸਾਵਧਾਨੀ ਵਰਤੀਏ, ਅਫਵਾਹਾਂ ਨਾ ਫੈਲਾਈਏ, ਗਲਤ ਮੈਸੇਜ ਅੱਗੇ ਨਾ ਫਾਰਵਰਡ ਕਰੀਏ ਜਿਸ ਨੂੰ ਪੜ੍ਹ ਕੇ ਲੋਕ ਗੁੰਮਰਾਹ ਹੋਣ। ਇਹਨਾਂ ਗੱਲਾਂ ਵੱਲ ਆਪਨੇ ਵਿਸ਼ੇਸ਼ ਤੌਰ 'ਤੇ ਧਿਆਨ ਦੇਣਾ ਹੈ। ਸੋ ਬੇਨਤੀ ਦੁਆਰਾ ਫਿਰ ਪ੍ਰਸ਼ਾਸਨ ਨੂੰ ਕਰਦਾ ਹੋਇਆ ਕਿ ਜਿਹੜਾ ਸਾਡਾ ਗੁਰਦੁਆਰਾ ਸਾਹਿਬ ਜਾਂ ਇੱਥੋਂ ਦੇ ਸੇਵਾਦਾਰ, ਇੱਥੋਂ ਦਾ ਪ੍ਰਬੰਧ, ਜਿਸ ਤਰ੍ਹਾਂ ਦੀ ਸੇਵਾ ਵੀ ਅਸੀਂ ਕਰ ਸਕਦੇ ਹਾਂ ਜਾਂ ਜਿਸ ਤਰ੍ਹਾਂ ਦੀ ਸੇਵਾ ਦੀ ਤੁਸੀਂ ਸਾਡੇ ਪਾਸੋਂ ਆਸ ਰੱਖਦੇ ਹੋ, ਅਸੀਂ ਆਪਣੀ ਸਮਰੱਥਾ ਤੋਂ ਵੱਧ ਕੇ ਵੀ ਉਹ ਸੇਵਾ ਕਰਾਂਗੇ ਅਤੇ ਤੁਹਾਡਾ ਹਰ ਤਰੀਕੇ ਸਿਰ ਸਹਿਯੋਗ ਦੇਵਾਂਗੇ। ਸੋ ਇਹ ਬੇਨਤੀ ਸਮੁੱਚੀਆਂ ਸੰਗਤਾਂ ਵਾਸਤੇ ਹੈ। ਸੋ ਆਸ ਹੈ ਸੋ ਆਪ ਇਸ ਗੱਲ ਦੀ ਨਜ਼ਾਕਤ ਨੂੰ ਸਮਝਦੇ ਹੋਏ ਭਲੀ ਪ੍ਰਕਾਰ ਜਿਸ ਕਿਸੇ ਦਾ ਵੀ ਆਪਣਾ ਜਿਹੋ ਜਿਹਾ ਯੋਗਦਾਨ ਬਣਦਾ ਹੈ, ਸਾਵਧਾਨੀ ਵਰਤ ਕੇ ਆਪਣਾ ਇਸ ਸੇਵਾ ਦੇ ਵਿੱਚ ਯੋਗਦਾਨ ਪਾਉਣ ਦੀ ਕੋਸ਼ਿਸ਼ ਕਰੋਗੇ। ਸੋ ਆਪ ਹੁਣ ਸਭ ਗੁਰਮੁਖ ਮਾਈ ਭਾਈ, ਵੈਸੇ ਤਾਂ ਸੰਗਤ ਬਹੁਤ ਘੱਟ ਹੈ, ਗੁਰਦੁਆਰਾ ਸਾਹਿਬ ਦੇ ਸਿੰਘ ਹੀ ਨੇ। 2 ਹਿੱਸਿਆਂ ਦੇ ਵਿੱਚ ਹੀ ਆਪਾਂ ਗੁਰੂ ਸਤੋਤਰ ਪੜ੍ਹ ਸਕਦੇ ਹਾਂ। ਗੁਰੂ ਸਤੋਤਰ ਪੜ੍ਹ ਕੇ ਆਪਣੀ ਰਸਨਾ ਪਵਿੱਤਰ ਕਰੋ, ਫਿਰ ਆਪਾਂ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਾਂਗੇ ਮਨੁੱਖਤਾ ਦੇ ਭਲੇ ਵਾਸਤੇ। ਔਰ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਇਹ ਅਰਦਾਸ ਬੇਨਤੀ ਕਰਨ ਲਈ, ਜਿਸ ਤਰ੍ਹਾਂ ਕਿਸੇ ਵੇਲੇ ਸੀਤਲਾ ਜਾਂ ਉਦੋਂ ਮਾਤਾ ਕਹਿ ਦਿੰਦੇ ਸਨ, ਉਦੋਂ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਵੀ ਪਰਮਾਤਮਾ ਦੇ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਬੇਨਤੀ ਕੀਤੀ ਸੀ, ਸੀਤਲਾ ਤੇ ਰਾਖਿਆ ਵਿਵਹਾਰੀ, ਪਾਰ ਬ੍ਰਹਮ ਪ੍ਰਭ ਕਿਰਪਾ ਧਾਰੀ। ਔਰ ਜਦੋਂ ਉਹਨਾਂ ਦੇ ਸਾਹਿਬਜ਼ਾਦੇ ਦੀ ਸਤਿਗੁਰੂ ਜੀ ਅਕਾਲ ਪੁਰਖ ਵਾਹਿਗੁਰੂ ਦੀ ਬਖਸ਼ਿਸ਼ ਦੇ ਨਾਲ ਸਿਹਤਯਾਬੀ ਹੋਈ, ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸ਼ੁਕਰਾਨੇ ਵਜੋਂ ਇਹ ਸ਼ਬਦ ਵੀ ਉਚਾਰਨ ਕੀਤਾ ਸੀ। ਵੈਸੇ ਵੀ ਗੁਰੂ ਦੇ ਚਿੱਤ ਵਿੱਚ ਤੇ ਕਰੁਣਾ ਹੈ, ਉਹ ਆਪ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਦਾ ਹੈ ਔਰ ਆਪਣੇ ਪੈਰੋਕਾਰਾਂ ਨੂੰ, ਆਪਣੇ ਗੁਰਸਿੱਖਾਂ ਨੂੰ ਵੀ ਇਹੋ ਜਿਹੇ ਮੁਸੀਬਤ ਦੇ ਸਮੇਂ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਨ ਦੀ ਹੀ ਜਾਚ ਸਿਖਾਉਂਦੇ ਨੇ ਸਤਿਗੁਰੂ ਜੀ। ਤੀਨੇ ਤਾਪ ਨਿਵਾਰਨ ਹਾਰਾ, ਦੁਖ ਹੰਤਾ ਸੁਖ ਰਾਸ, ਤਾ ਕਉ ਵਿਘਨ ਨਾ ਕਉ ਲਾਗੈ, ਜਾ ਕੀ ਪ੍ਰਭ ਆਗੈ ਅਰਦਾਸ। ਆਪਾਂ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਫਿਰ ਅਖੀਰ ਇਹ ਅਰਦਾਸ ਬੇਨਤੀ ਵੀ ਕਰਨੀ ਹੈ ਔਰ ਨਾਲ ਨਾਲ ਜਿਸ ਤਰ੍ਹਾਂ ਦੀਆਂ ਸਾਵਧਾਨੀਆਂ ਵਰਤਣ ਵਾਸਤੇ ਆਪ ਨੂੰ ਬੇਨਤੀ ਅਰਜ਼ ਕੀਤੀ ਗਈ ਹੈ, ਆਪਣੇ ਉਹ ਸਾਵਧਾਨੀਆਂ ਵੀ ਵਰਤਣੀਆਂ ਨੇ। ਹੁਣ ਸਭ ਗੁਰੂ ਸਤੋਤਰ ਦਾ ਗਾਇਨ ਕਰਕੇ ਆਪਣੀ ਰਸਨਾ ਪਵਿੱਤਰ ਕਰੋ ਜੀ। ਧਨ ਹੈ, ਧਨ ਹੈ, ਧਨ ਹੈ ਗੁਰੂ ਨਾਨਕ ਸਾਹਿਬ, ਧਨ ਹੈ। ਧਨ ਹੈ ਗੁਰੂ ਅੰਗਦ ਸਾਹਿਬ ਜੀ, ਧਨ ਹੈ। ਹਾਂ ਧਨ ਹੈ, ਧਨ ਹੈ, ਧਨ ਹੈ ਗੁਰੂ ਅਮਰਦਾਸ ਜੀ, ਧਨ ਹੈ। ਧਨ ਹੈ, ਧਨ ਹੈ, ਧਨ ਹੈ ਗੁਰੂ ਰਾਮਦਾਸ ਜੀ, ਧਨ ਹੈ। ਧਨ ਹੈ, ਧਨ ਹੈ, ਧਨ ਹੈ ਗੁਰੂ ਅਰਜਨ ਸਾਹਿਬ, ਧਨ ਹੈ। ਧਨ ਹੈ, ਧਨ ਹੈ, ਧਨ ਹੈ ਗੁਰੂ ਹਰਗੋਬਿੰਦ ਸਾਹਿਬ, ਧਨ ਹੈ। ਧਨ ਹੈ, ਧਨ ਹੈ, ਧਨ ਹੈ ਗੁਰੂ ਸ੍ਰੀ ਹਰਿ ਰਾਏ ਜੀ, ਧਨ ਹੈ। ਧਨ ਹੈ, ਧਨ ਹੈ, ਧਨ ਹੈ ਗੁਰੂ ਸ੍ਰੀ ਹਰਿ ਕ੍ਰਿਸ਼ਨ ਜੀ, ਧਨ ਹੈ।
ਧਨ ਹੈ ਧਨ ਹੈ ਗੁਰੂ ਤੇਗ ਬਹਾਦਰ ਧਨ ਹੈ। ਧਨ ਹੈ ਗੁਰੂ ਗੋਬਿੰਦ ਸਿੰਘ ਜੀ ਧਨ ਹੈ। ਹਾਂ ਧਨ ਹੈ ਗੁਰੂ ਗ੍ਰੰਥ ਸਾਹਿਬ ਜੀ ਧਨ ਹੈ। ਧਨ ਹੈ ਤੇਰਾ ਪੰਥ ਖਾਲਸਾ ਧਨ ਹੈ। ਸਤਨਾਮ ਸ੍ਰੀ ਵਾਹਿਗੁਰੂ ਬੋਲ, ਸਤਨਾਮ ਸ੍ਰੀ ਵਾਹਿਗੁਰੂ ਬੋਲ। ਵਾਹਿਗੁਰੂ 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 ਬੋਲ, ਵਾਹਿਗੁਰੂ 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 ਬੋਲ। ਵਾਹਿਗੁਰੂ ਬੋਲ ਕਦੇ ਨਾ ਡੋਲ, ਵਾਹਿਗੁਰੂ ਬੋਲ ਕਦੇ ਨਾ ਡੋਲ। ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ, ਤੇਰਾ ਪਿਆਰਾ ਲੱਗੇਗਾ ਬੋਲ ਪਿਆਰਿਆ। ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ, ਤੇਰਾ ਕਿਛ ਨਾ ਲੱਗੇਗਾ ਬੋਲ ਪਿਆਰਿਆ। ਸਤਨਾਮ ਸ੍ਰੀ ਵਾਹਿਗੁਰੂ ਬੋਲ, ਸਤਨਾਮ ਸ੍ਰੀ ਵਾਹਿਗੁਰੂ ਬੋਲ। ਵਾਹਿਗੁਰੂ ਬੋਲ ਕਦੇ ਨਾ ਡੋਲ, ਵਾਹਿਗੁਰੂ ਬੋਲ ਕਦੇ ਨਾ ਡੋਲ। ਸਤਨਾਮ ਸ੍ਰੀ ਵਾਹਿਗੁਰੂ ਬੋਲ, ਸਤਨਾਮ ਸ੍ਰੀ ਵਾਹਿਗੁਰੂ ਬੋਲ। ਸਾਧ ਸੰਗਤ ਨੇ ਹਾਜ਼ਰੀ ਪ੍ਰਵਾਨ ਕਰਨੀ, ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।